एक बहुत ही ईमानदार ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਹਲਕਾ ਬਾਬਾ ਬਕਾਲਾ ਸਾਹਿਬ ਚ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋੜ ਵਜੋਂ ਜਾਣੇ ਜਾਂਦੇ ਟਕਸਾਲੀ ਆਗੂ ਗਿਆਨੀ ਕਰਮ ਸਿੰਘ ਜੀ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰ ਗੁਰਨਾਮ ਸਿੰਘ, ਮਾਸਟਰ ਗੁਰਸ਼ਰਨ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਪੰਚਾਇਤੀ ਗੁਰਦੁਆਰਾ ਸਾਹਿਬ ਗੱਗੜਪਾਣਾ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਗਿਆਨੀ ਕਰਮ ਸਿੰਘ ਜੀ ਹੁਣਾਂ ਦਾ ਜਨਮ ਪਿਤਾ ਠਾਕੁਰ ਸਿੰਘ ਜੀ ਹੁਣਾਂ ਦੇ ਘਰ ਮਾਤਾ ਜਸ ਕੌਰ ਹੁਣਾਂ ਦੀ ਕੁੱਖੋਂ ਸਨ 1926 ਵਿੱਚ ਪਿੰਡ ਗੱਗੜਪਾਣਾ ਤਹਿਸੀਲ ਬਾਬਾ ਬਕਾਲਾ ਸਾਹਿਬ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ, ਸੁਗੜ ਅਤੇ ਸਿਆਣੇ ਸਨ। ਸਮਾਜ ਸੇਵਾ ਦੀ ਭਾਵਨਾ ਆਪ ਜੀ ਵਿੱਚ ਬਚਪਨ ਤੋਂ ਹੀ ਕੁੱਟ-ਕੁੱਟ ਕੇ ਭਰੀ ਹੋਈ ਸੀ। ਆਪ ਜੀ ਬਚਪਨ ਤੋਂ ਹੀ ਧਾਰਮਿਕ ਬਿਰਤੀ ਦੇ ਮਾਲਕ ਸਨ ਅਤੇ ਆਪ ਜੀ ਰੋਜ਼ਾਨਾ ਗੁਰੂ ਘਰ ਜਾਂਦੇ ਅਤੇ ਨਿਤਨੇਮ ਅਤੇ ਹੋਰ ਸੇਵਾਵਾਂ ਨਿਭਾਉਂਦੇ। ਆਪ ਜੀ ਪਿੰਡ ਗੱਗੜਪਾਣਾ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰੀਬ 55 ਸਾਲ ਪ੍ਰਧਾਨ ਰਹੇ। ਆਪ ਜੀ ਸਵਰਗੀ ਜਥੇਦਾਰ ਜੀਵਨ ਸਿੰਘ ਉਮਰਾ ਨੰਗਰ ਸਾਬਕਾ ਮਾਲ ਮੰਤਰੀ ਪੰਜਾਬ ਦੇ ਅਤੀ ਨਜ਼ਦੀਕੀਆਂ ਵਿੱਚੋਂ ਸਨ। ਬਾਪੂ ਕਰਮ ਸਿੰਘ ਜੀ ਹੁਣਾਂ ਨੇ 2 ਵਾਰ ਅਕਾਲੀ ਲਹਿਰ ਅਤੇ ਧਰਮ ਯੁੱਧ ਮੋਰਚੇ ਲਈ ਜੇਲ੍ਹ ਯਾਤਰਾ ਕੀਤੀ ਅਤੇ 1 ਵਾਰ ਆਪ ਜੀ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਹੁਣਾਂ ਨਾਲ ਵੀ ਜੇਲ੍ਹ ਕੱਟੀ। ਆਪ ਜੀ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋੜ ਵਜੋਂ ਜਾਣੇ ਜਾਂਦੇ ਟਕਸਾਲੀ ਆਗੂ ਸਨ। ਗਿਆਨੀ ਕਰਮ ਸਿੰਘ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਆਪ ਜੀ ਗਰੀਬਾਂ ਅਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਲਈ ਤਿਆਰ ਬਰ ਤਿਆਰ ਰਿਹਾ ਕਰਦੇ ਸਨ। ਆਪ ਜੀ ਬਹੁਤ ਹੀ ਸੂਝਵਾਨ ਆਗੂ ਸਨ ਅਤੇ ਪਿੰਡ ਗੱਗੜਪਾਣੇ ਦੇ ਵਿਕਾਸ ਲਈ ਆਪ ਜੀ ਨੇ ਬਹੁਤ ਹੀ ਅਹਿਮ ਯੋਗਦਾਨ ਅਦਾ ਕੀਤਾ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਇਹਨਾਂ ਸਾਰੇ ਸੰਸਕਾਰਾਂ ਤੇ ਆਪ ਜੀ ਦਾ ਸਮੁੱਚਾ ਪਰਿਵਾਰ ਚੱਲ ਰਿਹਾ ਹੈ। ਆਪ ਜੀ ਦਾ ਸਮੁੱਚਾ ਪਰਿਵਾਰ ਬਹੁਤ ਹੀ ਮਿੱਠ ਬੋਲੜਾ ਪਰਿਵਾਰ ਹੈ ਅਤੇ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲਾ ਪਰਿਵਾਰ ਹੈ। ਆਪ ਜੀ ਦੇ ਬੱਚੇ ਬਹੁਤ ਹੀ ਮਿਹਨਤੀ ਹਨ ਅਤੇ ਸਮਾਜ ਵਿੱਚ ਸ਼ਲਾਘਾਯੋਗ ਸਥਾਨ ਰੱਖਦੇ ਹਨ। ਸਭ ਤੋਂ ਵੱਡੀ ਗੱਲ, ਆਪ ਜੀ ਦਾ ਪਰਿਵਾਰ ਆਪ ਜੀ ਦੇ ਪਾਏ ਪੂਰਨਿਆਂ ਤੇ ਚੱਲ ਕੇ ਜ਼ਿੰਦਗੀ ਬਸਰ ਕਰ ਰਿਹਾ ਹੈ ਅਤੇ ਸਮਾਜ ਵਿੱਚ ਨਾਮਣਾ ਖੱਟ ਰਿਹਾ ਹੈ। ਗਿਆਨੀ ਕਰਮ ਸਿੰਘ ਗੱਗੜਪਾਣਾ ਹੁਣਾਂ ਨੇ ਜਿੰਨੀ ਵੀ ਜ਼ਿੰਦਗੀ ਇਸ ਦੁਨੀਆ ਤੇ ਬਸਰ ਕੀਤੀ, ਆਪਣੀਆਂ ਅਮਿਟ ਯਾਦਾਂ ਛੱਡਦੇ ਹੋਏ ਪਰਮਾਤਮਾ ਦੇ ਘਰ ਲਈ ਰਵਾਨਾ ਹੋਏ।
सतगुरु श्री गुरु ग्रंथ साहिब जी महाराज सतगुरु की प्रभावी अंदर जुड़ बैठे गुरु खालसा सत्संग अज आप सारे सत्कारयोग बापू ज्ञानी कर्ण सिंह जी प्रधान गुरुद्वारा प्रबंधक कमेटी नगर पारा जो कोई दिनों दिनों परिवार रिश्तेदारों साथ संबंधियों शरीर करके डिजिटल जीवन देते हैं उन्होंने याद शांति वास्ते सरदार गुरनाम सिंह जी समूह परिवार वालों जो गुरमुख समागम करवाए जा रहे हैं आस पास संगत जिथे उन्होंने परिवार के नाल दुख साझा करने वास्ते पहुंचे हो उत्थे पिछली आके श्रद्धा के फल भेंट करते हुए अंतम अरदास शामिल होकर के आत्म शांति वास्ते अरदास करने वास्ते पहुंचे हैं क्योंकि जन्म मरण अपना है आने आया जाए दिन दिन औद घटै दिन सलै नाले मन गुरबिन काज सदा साडी जिंदगी नूं भी एक बुरा लग्या ते दिन रात घटदी जा रही है इसे करके शरीर नूं गुरबाणी च बहुतात नामां दे उत्ते घट मैं हर जुल बस है ये सतगुरु गुरबाणी च कहंदे ने घट तो भाव ये घटण वाला है ये कदे वाधदा नहीं अज पानी एक शरीर नजर आ रहा है अज पानी के हौल विच पई कुंडी डड़ी नजर आ रही है पर पूरा कितना बड़ा लग चुके है वो हौली हौली टुरती जा रही है आखिर पूरा की है वो नूर की डड़ी की नींद समाप्त हो जाती है कला पानी नजर आता है इसी तरह मनुख की जिंदगी को भी सतगुरु कहते पूरा लगे ये दिन रात घटता जा रहा है एक दिन ऐसा होता है जब इस शरीर की जिंदगी की दौड़ खत्म हो जाती है मनुख की पूरी संसार की विनाश हो जाती है ते पांच तक शरीर पांच परतां दे विच जाके मिल जाते हैं ताई गुरु तेग बहादुर साहब महाराज जी कहते हैं पांच तत्व को तन रचे जन चतुर सुजान जिनके उपजे नानका लीन काहे मैं मान बादशाह कहते जेड़े पांच तत्तां शरीर बनिया सी समा पाके मुड़ अपना पांच तत्तां दे विच जाके समाप्त हो गया शरीर की होंद जिहड़ी संसार के किसी समय दिसदी सी अज अणदिसदी हो गई मनुख की आत्मा परमात्मा जाके विलीन हो गई एक गुरु साहब ने उदाहरण देखी लकीर के समझाया रे मन लेखा चाही लेखा दसे लेखा लैंदा साह सदा कीरत कर नानक हर के उपरे सतगुर चरण लुटा कहने के बंदिया तू रब के हुक्म दे विच ही चलदा पिया रब के हुक्म दे विच ही उठदा पिया रब के हुक्म दे विच ही लैंदा पिया लेखा ही चलदा लेखा ही वैसा लेखा ही लैंदा साह कहते तू रब के हुक्म दे विच ही श्वास लै रहा है इसी करके गुरु नानक साहब बचन पए से सतगुरु कहते हम आदमी हाँ एक दम भाव एक श्वास आ गया दूसरे दिन मगर पता नहीं आना है कि या नहीं इसे करके गुरु साहब ने होर भी बड़िया उदाहरणा दित्तियां मत जापै साह आवे कि ना आवे राम एक श्वास आ गया दूसरे दिन मगर आना है या नहीं आना ये तो रब ही जानता ये तो परमेश्वर ही जानता है जिन सानू संसार के जीवन दे के जिन सारे शरीर के अंदर अपनी जोत दिखा के सानू के संसार के जीवन दान दे के भेजे है ये तो रब ही जानता किसी ने पुछया किसी का नहीं कुछ लोग ते परलोक का कितना फासला है लोग ते परलोक का कितना फासला है ते उत्तर देने वाले ने बड़ा प्यारा उत्तर दिता वो कहते कि साह आ जावे ते लोग ना आवे ते
बस इन्ना ही फासला है साडे लोक दा ते साडे परलोक दा। जे सवास आ गया तो लोक विच, जे सवास नहीं आया तो परलोक विच आके ते कह देंगे हम आदमी हाँ एक धन। धन गुरु नानक साहिब महाराज जी सानू संसार जीवा जिथे की सेध दसदे ने उत्थे सतगुर कहंदे लिखा लैंदा साह बंदिया तेरा सवास ही रब दे हुक्म दे विच रब दा हुक्म हुंदा है ते तेरे संसार दे जीवन दान करदा रब दा हुक्म हुंदा है ते परमात्मा संसार दे मनुख दी जिंदगी नूं खो लैंदा है। जो मन चेतना केते सांस सुरबानी ना रब इन्ना जिहड़ियां असीं सोचिया भी नहीं साडे जिंदगी च असीं कदे सोचिया भी नहीं हुंदा कि शायद इन्ना कुछ समा बतीत करके असीं संसार ते रहांगे। कईयां नूं ते रब समा भी सोचण दा नहीं दिंदा। मन की माही रही ना हर भजे ना तीरथ सेवे चोटी काल गए। कहते मन दीयां बातां कई बारी मनुख दे मन विच ही रह जांदियां। मनुख ने कोई होर सोचिया होंदा है पर रब मनुख दे नाल कुछ होर कर दिंदा। ये ते रब दा हुक्म है। जिंदगी रब दे हुक्म दे अनुसार प्राप्त होई है। रब दे हुक्म दे अनुसार साडी जीवन लीला संसार तो समाप्त हो जानी है। इसे करके शब्द के हकीम जी सतगुर कहते हैं रे मन लेखा चल लेखा वैसा लेखा लैंदा साहा सदा कीरत कर नानक करके उपरे सतगुर चरण उठाव। कहते बंदिया तू संसार की कीर्ति ना कर संसार का जस ना कर। जे जस करना है रब का जस कर परमात्मा की कीर्त कर परमात्मा की बंदगी कर उस अकाल पुरख का सिमरन कर जिहदे चरनां दा कोट आशा लैके लखां लोक दुनिया की संसार में आ गए। जे तू रब जी के चरनां नाल जुड़ के परमात्मा की बंदगी करेगा ना तेरा संसार की सागर पार उतार हो जाएगा। सत संगत गुरु साहिब ने किहड़ा शब्दां दे विच ये विचार सानूं स्पष्ट समझा दित्ते कि शरीर साडा संहार है। ये आई भी मिल सकता है तो एक कल भी मिल सकता है। ये जिंदगी का सानू संसार से कोई भरोसा नहीं क्योंकि साढ़े नागर की लात खसम रूपी परमात्मा के हाथ में जिन्ना कुछ समा अपने सानू जीवन दान देना उन्ना कुछ समय असीं संसार से व्यतीत करना मुड़ के उस अकाल पुरख के हुक्म के अनुसार परमेश्वर के चरणों में विराज जाना क्योंकि कहाँ साथ साथ किस भाग्य का एक तो भुला गया ठंड का बादशाह कहते हल्का दे ठंड का लगता कई बार बंदा चढ़ता हो जाए चलते चलते हल्का या ठेडा लगता है कि नाम बना देती लोग धरती से लेके शरीर जुड़ा दिया हो जाए। एक कच्चा भांडा है दूसरा कहते जिन्हें कच्चे भांडे रखी है किचन ताई नीर कहते जिन्हें कच्चे भांडे को ज्यादा समय पानी नहीं टिकाया जा सकता उदा के शरीर के कच्चे भांडे को संसार के लंबा समय हंडाया नहीं जा सकता। क्या साथ संगत गुरु साहिब जी मुबारक वचन की औरत का है दिन से सतगुर नाम देता करते हैं कहते बहती जात कदे रिश्त ना भारत कहते बंदिया तेरी जिंदगी की नदी इस संसार की साधक के बहती जा रही है पर तू कदे किसी पासे झाती मारने जतन ही नहीं की कि मेरी जिंदगी की नदी संसार की बहती जा रही है। तुम साथ समझ जिन्होंने गुरुखान गुरु साहिब की गुरबाणी से ऐसे उदाहरण देके के सामने संसार को समझाया उसे एक गल बहुत बड़ी प्यारी समझाई कि जे बंदे को संसार में हर वक्त वो गल चेते होते ना तो कहते सदा रब चेते जाता है। केड़ी गल गुरु साहब जी कहते बंदे को खाना भी याद पीना भी याद हसना भी याद सोना भी याद पर कहते एक गल भुली है जिहदे करके रब बोलिया पुछया वो केड़ी ते सतगुर कहते विसर गया है मरना कहते खाना पीना हसना सोना सारा कुछ चेते पर विसर गया है मरना कहते मौत होती है तां बंदे को रब भुलिया होया। साथ संगत धन धन बाबा बुढ़ा साहब जी 12 साल की उम्र से जब गुरु नानक साहब पहली बार मैं कहीं बेनती कर लगा आप सारे
ਬਾਪੂ ਸਰਦਾਰ ਕਰਮ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਆਏ ਹਾਂ ਤੇ ਅਸੀਂ ਅਰਦਾਸ ਕੀ ਕਰਨਾ, ਅਰਦਾਸ ਦਾ ਸਾਡਾ ਮਕਸਦ ਕੀ ਹੈ ਗੁਰੂ ਸਾਹਿਬ ਜੀ ਕਰਨਾ, ਤਾਂ ਕਿ ਸਾਨੂੰ ਸਮਝ ਵਿੱਚ ਆ ਸਕੇ। ਕਈ ਸਾਡੇ ਵਿੱਚ ਵੀ ਕਈਆਂ ਦੇ ਨਾਲ ਵਿੱਚ ਸਾਡੇ ਵਿੱਚ ਭੇਦਭਾਵ ਹੋਵੇ। ਬਾਬਾ ਬੁੱਢਾ ਸਾਹਿਬ ਜੀ 12 ਸਾਲ ਦੀ ਉਮਰ 'ਚ ਕਪੂਰ ਨਗਰ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੂੰ ਮਿਲੇ। ਮੁਲਾਕਾਤ ਦੇ ਦੌਰਾਨ ਪ੍ਰਸ਼ਾਦਾ ਪਾਣੀ ਛਕਾਇਆ, ਗੁਰੂ ਸਾਹਿਬ ਜੀ ਬੜੇ ਖੁਸ਼ ਹੋਏ। ਭਾਈ ਮਰਦਾਨਾ ਜੀ ਬਾਬਾ ਨਾਨਕ ਨੇ ਪ੍ਰਸ਼ਾਦਾ ਛਕਿਆ। ਜਦੋਂ ਪ੍ਰਸ਼ਾਦਾ ਛਕਾ ਕੇ ਬਾਬਾ ਬੁੱਢਾ ਸਾਹਿਬ ਜੀ ਘਰ ਨੂੰ ਜਾਣ ਲੱਗੇ, ਗੁਰੂ ਸਾਹਿਬ ਜੀ ਨੇ ਪਿਆਰ ਨਾਲ ਕਿਹਾ, ਪੁੱਤਰਾ ਤੇਰੇ ਵਾਸਤੇ ਰੱਬ ਦੇ ਚਰਨਾਂ 'ਚ ਕਿਹੜੀ ਅਰਦਾਸ ਕਰਾਂ। 12 ਸਾਲ ਦੀ ਉਮਰ 'ਚ ਬਾਬਾ ਬੁੱਢਾ ਸਾਹਿਬ ਜੀ ਬੜੀ ਸਿਆਣੀ ਗੱਲ ਕਹੀ। ਕਹਿੰਦੇ ਕਿ ਬਾਬਾ ਨਾਨਕ ਮੇਰੇ ਤੇ ਇੱਕ ਕਿਰਪਾ ਕਰ ਦਿਓ। ਸਤਿਗੁਰ ਕਹਿੰਦੇ ਉਹ ਕਿਹੜੀ? ਕਹਿੰਦੇ ਜੀ ਮੇਰਾ ਜਨਮ ਮਰਨ ਦਾ ਗੇੜ ਕੱਟ, ਜਨਮ ਮਰਨ ਦਾ ਗੇੜ ਕੱਟ। ਸਤ ਸੰਗਤ ਇਹ ਬੜੀ ਉੱਚੀ ਅਵਸਥਾ ਹੈ। ਸਿੱਖ ਚਾਹੁੰਦਾ ਵੀ ਇਹੀ, ਸਿੱਖ ਦੀ ਅਰਦਾਸ ਵੀ ਇਹੀ ਕਿ ਸਾਡਾ ਜਨਮ ਮਰਨ ਦਾ ਗੇੜ ਕੱਟਿਆ ਜਾਣਾ ਚਾਹੀਦਾ ਹੈ। ਅਤੇ ਉਹ ਸਾਡੇ ਕੋਲ ਹੁੰਦੇ ਨੇ ਜਿਹੜੇ ਦੁਨੀਆ ਤੇ ਧਰਮ ਕਰਮ ਇਸ ਕਰਕੇ ਕਰਦੇ ਨੇ ਕਿ ਪਰਮਾਤਮਾ ਮੈਨੂੰ ਮੇਰੇ ਮਰਨੇ ਤੋਂ ਬਾਅਦ ਫਿਰ ਚੰਗੇ ਘਰ ਦੇ ਵਿੱਚ ਜਨਮ ਦੇ ਦੇਵੇ, ਉਹ ਫਿਰ ਜਨਮ ਮਰਨ ਦੀ ਗੇੜ ਨਾ ਕਰੇਗਾ। ਅਤੇ ਉਹ ਸਾਡੇ ਕੋਲ ਹੁੰਦੇ ਨੇ ਜਿਹਨਾਂ ਨੂੰ ਪੁੱਛੀਏ ਨਾ ਕਿ ਜੇ ਰੱਬ ਨੂੰ ਪੁੱਛੇ ਕਿ ਕੀ ਚਾਹੀਦਾ ਹੈ, ਕੀ ਮੰਗੇਗਾ ਹਕੀਮ ਦੇ ਵੇਲੇ, ਉਹ ਕਹਿਣਗੇ ਮੈਂ ਇਹ ਕਹਾਂਗਾ ਰੱਬਾ ਆਹ ਜਨਮ ਤੇ ਨਰਕ ਵਿੱਚ ਗੁਜ਼ਾਰਿਆ, ਅਗਲਾ ਜਨਮ ਕਿਸੇ ਚੰਗੇ ਰਾਜੇ ਮਹਾਰਾਜੇ ਦੇ ਘਰ ਵਿੱਚ ਦੇ ਸਕੇ। ਉਹ ਫਿਰ ਜਨਮ ਮਰਨ ਦੀਆਂ ਬਾਤਾਂ ਪਾਉਂਦੇ ਨੇ ਤੇ ਮੈਂ ਹੋਵੇ ਕੀ ਕਰਾਂ, ਇਹ ਤਾਂ ਇਹ ਪਤਾ ਨਹੀਂ। ਪਰ ਸਾਡੇ ਬਿਲਕੁਲ ਕਰੀਬ ਮੇਰਾ ਵੀ ਗੁਰਦਾਸਪੁਰ ਦਾ ਏਰੀਆ ਹੈ। ਕਈ ਵਾਰੀ ਨਾ ਜਦੋਂ ਬੰਦੇ ਦੀ ਡੈਡ ਬਾਡੀ ਘਰ ਤੋਂ ਲੈ ਕੇ ਜਾਣੀ ਤੇ ਪਤਾ ਕੀ ਕਰਨਾ, ਇਹ ਇੱਕ ਫੋਕਟ ਕਿਰਿਆ ਹੈ ਸਾਡੀ ਭਰਮ ਹੈ ਸਾਡੀ ਮਨ ਜੋ ਸਾਨੂੰ ਨਹੀਂ ਕਰਨਾ ਚਾਹੀਦਾ, ਜਿਹਦਾ ਜਨਮ ਦੇ ਨਾਲ ਕੋਈ ਸੰਬੰਧ ਨਹੀਂ। ਪਤਾ ਕੀ ਕਰਨੀ, ਜਦੋਂ ਬੰਦੇ ਦੀ ਡੈਡ ਬਾਡੀ ਲੈ ਕੇ ਜਾਣਗੇ ਤੇ ਜਾਣ ਲੱਗੇ ਘਰ ਦੇ ਵਿੱਚ ਆਟਾ ਗੁੰਨ ਕੇ ਨਾ ਧਰਤੀ ਸਾਫ਼ ਕਰਕੇ ਉੱਥੇ ਆਟਾ ਗੁੰਨ ਦੇ, ਆਟਾ ਗੁੰਨਣ ਤੋਂ ਬਾਅਦ ਸੰਸਕਾਰ ਕਰਕੇ ਘਰ ਪਰਤਣਗੇ ਤੇ ਆਪਣੇ ਆਪ ਜੇ ਉੱਥੇ ਕੋਈ ਪੰਛੀ ਰਿਹਾ ਹੋਵੇ ਨਾ, ਪੰਛੀ ਤੇ ਕਿਸੇ ਜਾਨਵਰ ਦੇ ਪੈਰ ਲੱਗੇ ਹੁੰਦੇ ਨੇ, ਪਤਾ ਕੀ ਕਹਿਣ ਲਓ ਕਿ ਜਾਨਵਰ ਵੀ ਹੁੰਦੇ ਪੈ ਬੰਦਾ ਹੀ ਜਾਨਵਰ ਦੇ ਚੱਕਰ ਕਰਦਾ ਹੈ। ਪਰ ਜੇ ਮੰਨ ਲਓ ਕੋਈ ਉੱਥੋਂ ਪਹਿਲਾਂ ਲੰਘਿਆ ਹੋਵੇ ਤੇ ਸਾਧ ਸੰਗਤ ਕਈ ਵਾਰੀ ਬੰਦੇ ਦੇ ਉੱਤੇ ਪੈਰ ਲੱਗੇ ਹੁੰਦੇ ਨੇ, ਜਦੋਂ ਆਟਾ ਸਿੱਧਾ ਹੁੰਦਾ ਨਾ ਜਿੱਥੇ ਬੰਦੇ ਦਾ ਪੈਰ ਲੱਗਿਆ ਹੁੰਦਾ ਜਾਂ ਹੱਥ ਲੱਗਿਆ ਹੁੰਦਾ, ਕਈ ਵਾਰੀ ਉਹ ਆਟਾ ਮੁੱਕਣ ਤੋਂ ਪਹਿਲਾਂ ਕਈ ਵਾਰੀ ਤਾਂ ਆਪਣਾ ਵੀ ਹੱਥ ਲੱਗਦਾ, ਉੱਥੇ ਜਦੋਂ ਆਟਾ ਸਿੱਧਾ ਹੋ ਕੇ ਬਹਿ ਜਾਂਦਾ ਨਾ, ਉਹ ਕਹਿੰਦੇ ਨੇ ਕਿ ਪੰਜਾ ਲੱਗੇ ਹੈ ਜਾਂ ਪੈਰ ਲੱਗੇ ਹੈ, ਤੇ ਫਿਰ ਪਤਾ ਕੀ ਕਹਿਣੀ, ਲਓ ਜੀ ਬੜੇ ਚੰਗੇ ਕਰਨੇ ਇਹ ਬੰਦੇ ਦੀ ਜਿੰਨੇ ਪੈ ਗਏ। ਸਤ ਸੰਗਤ ਇਸ ਮਨੁੱਖਾ ਦੇਹੀ ਤੇ ਅਸੀਂ ਛੁਟਕਾਰਾ ਕਰਨੇ, ਸਾਨੂੰ ਕਾਹਦੀਆਂ ਖੁਸ਼ੀਆਂ ਕਿ ਉਹ ਮੁੜ ਕੇ ਚੰਗੇ ਜਨਮ ਦੇ ਵਿੱਚ ਪੈ ਗਏ। ਅਸੀਂ ਤੇ ਦੁਬਾਰਾ ਜਨਮ ਚਾਹੁੰਦੇ ਹਾਂ, ਜਿਹੜਾ ਇਹ ਪਹਿਲੀ ਸਟੇਜ ਹੈ ਸਾਡੀ ਕਿ ਦੁਬਾਰਾ ਮਰਨਾ, ਜਨਮ ਮੰਗਣਾ। ਗੁਰਮਤਿ ਦੇ ਘਰ ਵਿੱਚ ਮੁੱਖ ਦੁਬਾਰਾ ਜਨਮ ਨਹੀਂ ਮੰਗਣਾ। 1 ਸਾਲ ਨਹੀਂ 53 ਸਾਲ ਦੇ ਕਰੀਬ ਸਮੁੱਚੇ ਨਗਰ ਵੱਲੋਂ ਬਾਬੂ ਕਰਮ ਸਿੰਘ ਜੀ ਨੂੰ ਬੜਾ ਪਿਆਰ ਦੇ ਕੇ ਨਿਵਾਜਿਆ ਗਿਆ ਤੇ ਇਸੇ ਗੁਰੂ ਘਰ ਦੀ ਮੁੱਖ ਸੇਵਾਦਾਰ ਬਣਾ ਕੇ ਸੇਵਾ ਕਰਨ ਦਾ ਸੁਭਾਅ ਕੋਸ਼ਿਸ਼ ਕਰਕੇ ਨਿਵਾਜਿਆ ਗਿਆ। ਇਸੇ ਗੁਰੂ ਘਰ 'ਚ 54 ਸਾਲ ਸੇਵਾ ਕੀਤੀ ਸਾਧ ਸੰਗਤ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਨਾਲ ਜ਼ਿੰਦਗੀ ਦੇ ਵਿੱਚ 53 ਸਾਲ ਗਏ, 53 ਸਾਲ ਦਾ ਸਫ਼ਰ, ਅੱਧੀ ਜ਼ਿੰਦਗੀ ਤੋਂ ਵੱਧ ਸਮਾਂ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਸੇਵਾ ਦੇ ਵਿੱਚ ਕੱਢਿਆ। ਤੇ ਜਦੋਂ ਭਾਈ ਮਰਦਾਨਾ ਜੀ ਸਰੀਰਕ ਦੇ ਨਾਲ ਤਿਆਰ ਹੋ ਕੇ ਨਾ ਗੁਰਮਤਿ ਨਦੀ ਦੇ ਕਿਨਾਰੇ ਗੁਰੂ ਨਾਨਕ ਸਾਹਿਬ ਕਹਿੰਦੇ ਤੁਹਾਡੀ ਅੰਤਮ ਇੱਛਾ ਕੀ ਹੈ ਮਰਦਾਨਾ ਜੀ, ਤੇ ਭਾਈ ਮਰਦਾਨਾ ਜੀ ਕਹਿੰਦੇ ਕਿ ਦਾਤਾ ਮੇਰੀ ਅੰਤਮ ਇੱਛਾ ਕੀ ਹੈ ਕਿ ਤੁਹਾਡੇ ਚਰਨਾਂ 'ਚ ਥਾਂ ਮਿਲ ਜਾਏ, ਬਸ ਇੱਕੋ ਹੀ ਇੱਛਾ ਮੇਰੀ ਕੋਈ ਇੱਛਾ। ਜਿਹੜੇ ਰੱਬ ਦੇ ਘਰ ਦੀ ਸੇਵਾ ਕਰਦੇ ਨੇ ਉਹਨਾਂ ਦੀ ਭਾਵਨਾ ਵੀ ਇਹੀ ਹੈ। ਵੈਸੇ ਅੱਜ ਦੇ ਸਮੇਂ 'ਚ ਸੇਵਾ ਕਰਨੀ ਬੜੀ ਔਖੀ ਹੈ। ਗੁਰਦੁਆਰੇ ਦੀ ਗੁਰੂ ਸਾਹਿਬ ਜੀ ਦਾ ਤੇ ਕਹਿੰਦੇ ਅਸੀਂ ਸਰਜਿਓ ਅੰਕ ਸਹਿ ਪਹਿ ਜੋ ਸਿਰ ਦੇ ਮਨ ਤਨ ਆਗਿਆ ਰਾਖਿਆ ਕੀ ਸੇਵ ਕਰੇ। ਕਹਿੰਦੇ ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੁੰਦਾ, ਹਾਥੀ ਹੁੰਦਾ ਤੇ ਬੜਾ ਬਲਵਾਨ ਹੈ, ਪਰ ਜੇ ਉਹਦੀ ਸੇਵਾ ਕਰਨੀ ਆਪਣਾ ਹੰਕਾਰ ਤਿਆਗ ਦੇ, ਉਹ
दुकान सेवा करता है, नाले कुंडे भी खाता है, नाले सेवा भी करता है। ते सेवा वही कर सकता है जिहड़ा हंकार ते आउंदा है। साथ संगत जदों गुरुद्वारे की सेवा करनी होवे ना, ये भी संगत के कुंडे खाने के बराबर ही होंदा है। कदे कोई आके कुंडा मारदा है, कदे कोई कुंडा मारदा है, पर लोगों की बेटी कुंडे की संगत की सेवा करनी ये कोई सौखी बात नहीं, ये बड़ी औखी बात है। भागा वाले संत कर्म संगीत जिन्हों ने 1 साल की 2 साल की 53 साल की करीब इस गुरु घर की सेवा की, एक सफल पिता की तरह अपने संसार की संसारिक ते परिवारिक जिम्मेवारियां निभाइयां। अपने बेटे सरदार गुरनाम सिंह उन्होंने समय समय के अनुसार पंजाबी विद्या दी, उच्च अहदे के पुलिस महकमे के अंदर सेवा करना सुभाग जिहड़ा सी उन्होंने मिहनत के सदका उन्होंने प्राप्त होया। ताकि उन्होंने पुत्रे एक प्रदेश के एक भी सरकारी टीचर की सेवा निभा रहे हैं। ये कहते हैं कि सारी बुजुर्गों की सेवा दे सदका
कंचन मट्टी मन रहाव। नैन दयाना उस्तुत जाकर लोभ मोह अपमाना। अर्घ शोभते रहे निहारो नाहे मान अपमाना। त्यागे जगते रहे निराशा। नानक लीन योग मत सो जो पानी संपानी। घर कृपा जो कीर्ति तेरे जुगत पशानी। नानक लीन योग मत सो जो पानी संपानी। आगे की रस्म और रिश्तेदारी तौर पर उसनों दस्तार बना दिता जाएगा। भाई गुरनाम सिंह उन्होंने सिर से सुशोभित की जो दस्तार है वो सरदार बलजीत सिंह जी जनाब उस्मान साहब मैंबर श्रोमणी गुरुद्वारा प्रबंधक कमेटी उन्होंने वालों वो भेंट की जाएगी। उस तो पिछों श्रोमणी अकाली दल वालों सरदार बलजीत सिंह जी की आज्ञा पर भेंट की। बोले और सरदार बलजीत सिंह जी पार्टी तौर पर जो दस्तार भेंट की गई। बोले एक सलमान के स्रोतों लेके बख्शिश बख्शी जाएगी। बोले उन्होंने याद करते हैं सलमान के जो पेड़ा कीते गए ने और असं अरदास करते हैं कि परिवार ज्ञानी जनानों लेके हो गए गुरु साहिबाना ਦੀਆਂ ਸਭਾਵਾਂ ਅਤੇ ਸ਼੍ਰੋਮਣੀ ਅਕਾਲੀ ਦਲ जो पाते आते ਉਹਦੇ ਉੱਤੇ ਚੱਲਦੇ ਰਹਿਣਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਆਪਣੇ ਰੋਲਾ ਸਹਿਯੋਗ ਦਿੰਦੇ ਰਹਿਣਗੇ। सरदार सुखदेव सिंह जी खालसा जी साडे पिंड दे सत्कारत हस्ती ने उन्हां वालों ज्ञानी जी के जो जीवन के सिद्धांत पाई गई बारे दस्या गया। एक गल साफ है कि ज्ञानी जी इन्नी सच्ची सच्ची ਅਤੇ महान शिक्षक सन वो जो निजी तौर पर उन्होंने गल हो रही उन्होंने को मारे घाटे गुस्से च कह रहे कर लेंगे क्योंकि वो उन्होंने एक बड़ी सोच पर जो पार्टी के प्रति या पंथ के प्रति कोई गल करता तो ज्ञानी जी उन्होंने बख्श नहीं सी उन्होंने कहते कि बह जा तेरी तसली करके करना मतलब ये इन्हों का बड़ा पाना सी जे उन्होंने 55 साल 55 साल सेवा की वो इसे बड़े पंजे करके ही वो इस सेवा जी लंबा समा कर सके क्योंकि आमतौर पर गुरुद्वारा साहिबाना लोग कमेटियां के 5-7 साल के रौला पै जाता फलाना प्रधान को खा गया
श्रद्धांजलि प्रोग्राम समाप्त है उसमें श्रोमणी अकाली दल के दर्जा बदर्जा लीडर साहबान इतने पहुंचे हैं। सब तो पहला मैं माफी चाहता है सरदार गांधी सिंह जी कपेला जी का सत्ता प्रधान सरदार गांधी सिंह जी सोना साबका चेयरमैन साहब सरदार गुरदेव जी सरपंच मैंबर पीएससी श्रोमणी अकाली दल के मौसम की खराबी करके समय घट करके उन्होंने टाइम नहीं दिता सकता। मैं सब तो पहला बेनती करांगा सरदार अमरपाल सिंह जी मीरापुर साहब साबका एमएलए साबका चेयरमैन पंच साहब के वो ज्ञानी जड़े जीवन संबंधी दो सब संजय खाने का साहिब श्री गुरु ग्रंथ साहिब जी महाराज गुरु स्वास्थ्य जियो और रसना पुत्र करिए वाहे वाहे का खालसा वाहे वाहे की फतेह। आज बड़े पवित्र ज्ञानी कर्म सिंह जी जो श्रोमणी अकाली दल झंडे हेठा पंचमी गुरु घर की सेवा करते हैं। अपनी आधी सदी तो बाद उन्होंने जीवन पंथ वास्ते गुरु शब्द वास्ते लाया। अज जो भाई साहब उन्होंने संखेप जीवन बारे दस रहे थे मेरे गड्ढिया मन में विचार आ रहा है कि अज जो पंथ खड़ा अज सिक्खी के बोल वाले झंडे मुंगे जुग जुग अकाल की गल आप करते हैं मेरी पीढ़ी के मालिक जी वो सिद्धांत ताई कर रहे हैं कि यहो ਜਿਹੇ जरनैल योधे पार्टियां में बैठे से जिन्होंने श्रोमणी अकाली दल के हुक्म दे कोई मोर्चा लगा एमरजेंसी मोर्चा लगा कर्मजोर मोर्चा लगा उन्होंने अपने लोगों समान जेल कट के अपने परिवार की अपने नगर की परवाह करते हुए ये और जोधिया ने अज ये झंडे मुंगे जो कुछ डाले अपना योगदान पाया जो शेर पातशाह रक्षा करने सामने जिथे उन्होंने श्रोमणी अकाली दल वास्ते बड़ा बड़ा योगदान पाया सेवा निभाई उथे दस रहे इस नगर इस गुरुद्वारे की लंबा समा बना लेना जो मेरा छोटा जो विकास दस रहा ये अक्सर होता कि गुरुद्वारे प्रधान मैंबर के जिक्र सुटा जाता अद्धी सदी रह के अपने अपना सेवा करनी गुरु घर का लंगर छकना एक बड़ी बड़ी शख्सियत है गुरु महाराज बख्शिश करे ना हो सकता ये हिस्सा ज्ञानी करने से है। और मैं अरदास करते पातशाह के रूमा अच्छे पातशाह ये दोबारा फिर जो आज कौम को लोड़ है आज बदल पड़े जा रही है कौम सारी आज जो संघर्ष चल रहा है ऐसा नहीं समझते आज वो ना ही कैम रह सकता सारे बच्चियां बुजुर्ग सिक्खी दिखाऊंगा सिक्खी का जज्बा होगा के आज ये संघर्ष कामयाब होना जा सकिया क्योंकि सानू मेरी पीढ़ी ने बाल करे दसवें पातशाह ने हुक्म करता जेडे सानू देव फड़ा दी सानू गुरु अमृत छका के साडी शक्ति भरी ओदे करके आज साडे जिन्ने भी किसान बैठे हैं जिथे मैं आज इस सरकार जो कहनी है शब्द सरकार पे करना श्रोमणी अकाली दल अपने प्रधान समाज से बादल करो ते अपनी समूची पार्टी बननी उथे मैं जेडे किसानी योद्धे जेडे शहीद हो गए साडे योद्धे उन्हां नूं सरकार पे करना और अरदास करता जे बादशाह श्री गुरु ग्रंथ साहिब जी महाराज ज्ञानी जी नूं इहदे अपने करना नवास बख्श पे इतना बड़ा सेवादार से उथे जो संघर्ष चल रहा है तरक्की करा के धन्यवाद वाहिगुरू जी का खालसा वाहिगुरू पवित्र हजूर के अंदर उस महान शख्सियत बाबू कर्म सिंह जी ने अंतम अरदास शामिल होई सुरजी साध संगत फतेह साधी करना वाहिगुरू जी का खालसा वाहिगुरू जी की फतेह। सब तो पहला तो मैं उस महान शख्सियत के सिर झुकाना है
ਪਰਿਵਾਰ ਅੱਗੇ ਝੁਕਾਉਣਾ, ਉਸ ਨਗਰ ਅੱਗੇ ਝੁਕਾਉਣਾ ਹੈ ਜਿਨ੍ਹਾਂ ਦੀ ਬਦੌਲਤ ਸਾਨੂੰ ਵੱਡੀਆਂ ਵੱਡੀਆਂ ਸਰਦਾਰੀਆਂ ਮਿਲੀਆਂ ਔਰ ਜਿਨ੍ਹਾਂ ਦੇ ਇਮਾਨਦਾਰੀ ਦੇ ਨਾਲ ਜੇ ਕੋਈ ਮੋਰਚਾ ਲੱਗਾ ਸ਼੍ਰੋਮਣੀ ਅਕਾਲੀ ਦਲ ਦਾ ਉਹਦੇ ਵਿੱਚ ਵੀ ਆਪਣੀਆਂ ਕੁਰਬਾਨੀਆਂ ਦਿੱਤੀਆਂ। ਬੜੀ ਵੱਡੀ ਕੁਰਬਾਨੀ ਹੁੰਦੀ ਆ ਜਦੋਂ ਘਰ-ਬਾਰ ਛੱਡ ਕੇ ਦੇਸ਼ਾਂ ਨੂੰ ਜਾਣਾ ਹੁੰਦਾ ਹੈ, ਉਹ ਵੀ ਵੱਡੀ ਵੱਡੀ ਕੁਰਬਾਨੀ ਆ ਆਪਣੇ ਵਾਸਤੇ ਜਾਂ ਆਪਣੇ ਪਰਿਵਾਰ ਵਾਸਤੇ ਬੜਾ ਕੁਛ ਕਰਦੇ ਆ। ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਲੁਕਾਈ ਵਾਸਤੇ ਕੁਛ ਕਰਦਾ ਤੇ ਕਿਸੇ ਕਿਸੇ ਹਿੱਸੇ ਆਉਂਦਾ ਹੈ ਤੇ ਉਹਨਾਂ ਵਿੱਚੋਂ ਸਰਦਾਰ ਕਰਮ ਸਿੰਘ ਜੀ ਜਿਨ੍ਹਾਂ ਨੇ ਮੇਰੇ ਤੋਂ ਪਹਿਲਾਂ ਦੱਸਿਆ ਗਿਆ ਅੱਧੀ ਸਦੀ ਤੋਂ ਬਾਅਦ ਇਸ ਨਗਰ ਦੀ ਇਸ ਗੁਰਦੁਆਰਾ ਸਾਹਿਬ ਦੀ ਇਮਾਨਦਾਰੀ ਨਾਲ ਤੇ ਆਪਣੀ ਉਸ ਚਿੱਟੀ ਚਾਦਰ ਨੂੰ ਬਰਕਾ ਰੱਖਿਆ ਕਿ ਰਾਜ ਲੱਗਣ ਦਿੱਤਾ। ਤੇ ਜਿਵੇਂ ਮੇਰੇ ਤੋਂ ਪਹਿਲਾਂ ਵੀ ਜਗਤਾਰ ਸਿੰਘ ਜੀ ਦੱਸ ਰਹੇ ਸਨ ਕਿ 1 ਸਾਲ 5 ਸਾਲ ਤੇ ਬੜੀ ਲੰਬੀ ਗੱਲ ਹੁੰਦੀ ਹੈ। 1 ਸਾਲ ਦੀ ਕੋਈ ਰਹਿ ਹੋਵੇ ਉਹਨੂੰ ਸਾਰੇ ਪਿੰਡ ਵਾਲੇ ਲਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਬੰਦਾ ਚੰਗਾ ਨਹੀਂ। 55 ਸਾਲ ਮੂੰਹ ਦੇ ਨਾਲ ਕਹਿ ਜਾਣੇ ਉਹਨਾਂ ਨੂੰ ਨਿਭਾਉਣਾ ਬੜਾ ਔਖਾ ਹੁੰਦਾ ਹੈ ਤੇ ਸਾਹਮਣੇ ਦਿਖਦੀ ਤਸਵੀਰ ਵੀ ਦੱਸਦੀ ਹੈ ਚਿਹਰਾ ਲਾਲ ਇਹ ਤਾਂ ਲਾਲ ਚਿਹਰਾ ਹੈ ਕਿ ਉਹਨੇ ਆਪਣੀ ਇਮਾਨਦਾਰੀ ਬਜ਼ੁਰਗ ਨੇ ਰੱਖੀ, ਸਾਰਿਆਂ ਦਾ ਸਤਿਕਾਰ ਕੀਤਾ। ਪਾਰਟੀ ਬਾਜੀ ਉੱਪਰ ਉੱਠ ਕੇ ਸਾਰੇ ਨਗਰ ਵਾਲਿਆਂ ਨੇ ਜੇ ਉਹਨਾਂ ਨੂੰ ਬਰਕਾ ਰੱਖਿਆ, ਉਹਨਾਂ ਦੀ ਪ੍ਰਧਾਨਗੀ ਨੂੰ ਬਰਕਾ ਰੱਖਿਆ, ਇਹਨਾਂ ਦੀ ਇਮਾਨਦਾਰੀ ਕਰਕੇ ਰੱਖਿਆ। 2004 ਤੋਂ ਲੈ ਕੇ ਮੌਤ ਤੋਂ ਥੋੜੇ ਦਿਨ ਪਹਿਲਾਂ ਤੱਕ ਵੀ ਉਹਨਾਂ ਨੇ ਮੇਲਾ ਸਭਾ ਰੱਖਣਾ ਜੀ ਰੱਖਿਆ। ਹਲਕੇ ਦੇ ਮੈਂਬਰ ਹੋਣ ਵਾਸਤੇ ਜਦੋਂ ਵੀ ਕਿਤੇ ਗੁਰਦੁਆਰਾ ਸਾਹਿਬ ਦੀ ਕਿਤੇ ਇੰਸਪੈਕਟਰ ਦੀ ਡਿਊਟੀ ਲੱਗਣੀ ਮੈਨੂੰ ਕਹਿਣਾ ਕਿ ਤੁਸੀਂ ਵੀ ਮੈਂਬਰ ਸਾਹਿਬ ਆਓ, ਤੁਹਾਡੀ ਵੀ ਡਿਊਟੀ ਲੱਗੀ ਆ, ਅੱਜ ਆਪਾਂ ਕੋਈ ਖਰੀਦ ਕਰਨੀ ਹੈ, ਅੱਜ ਆਪਾਂ ਕੋਈ ਗੋਦ ਦੇਣੀ ਹੈ। ਤੇ ਮੈਂ ਕਹਿਣਾ ਬਾਪੂ ਜੀ ਤੁਸੀਂ ਆਪ ਕਰ ਲਓ, ਕੋਈ ਗੱਲ ਨਹੀਂ, ਕਿਉਂਕਿ ਜਿੱਥੇ ਨਗਰ ਦਾ ਏਡਾ ਵੱਡਾ ਸਤਿਕਾਰ ਤੁਹਾਨੂੰ ਦਿੱਤਾ ਹੈ ਤੇ ਮੈਂ ਉੱਥੇ ਆ ਕੇ ਕਹਿੰਦਾ ਤੁਸੀਂ ਆਪ ਵੇਖਣਾ ਤੁਹਾਡੇ ਤੇ ਸਾਰੀ ਸੰਗਤ ਨੂੰ ਵਿਸ਼ਵਾਸ ਹੈ, ਕੋਈ ਵਿਸ਼ਵਾਸ ਵੀ ਪੱਕਾ ਰੱਖਿਆ ਤੇ ਮੈਂ ਸਮਝਦਾ ਕਿ ਸਾਨੂੰ ਏਦਾਂ ਦੀ ਇਮਾਨਦਾਰੀ ਹਰੇਕ ਇਨਸਾਨ ਨੂੰ ਲੈ ਕੇ ਜਾਣੀ ਚਾਹੀਦੀ ਹੈ। ਇਸ ਦੁਨੀਆ ਤੋਂ ਹਰੇਕ ਨੇ ਅਲਵਿਦਾ ਕਹਿ ਜਾਣਾ, ਕਿਸੇ ਨੇ ਕੁਝ ਨਾਲ ਨਹੀਂ ਖਾਣਾ। ਅੱਜ ਦੇ ਅਸੀਂ ਉਹ ਸ਼ਖਸੀਅਤ ਦੀਆਂ ਗੱਲਾਂ ਕਰ ਰਹੇ ਇਮਾਨਦਾਰੀ ਦੀਆਂ, ਉਹ ਤਾਂ ਕਰ ਰਹੇ ਕਿ ਇੰਨਾ ਲੰਬਾ ਸਮਾਂ ਉਹਨਾਂ ਨੇ ਸੇਵਾ ਕੀਤੀ ਔਰ ਸੇਵਾ ਕਰਕੇ ਇਮਾਨਦਾਰੀ ਨਿਭਾਈ ਔਰ ਇਮਾਨਦਾਰੀ ਪਹੁੰਚਿਆ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਵੀ ਰਹੇ। ਔਰ ਇਹ ਨਗਰ ਨੇ ਵੱਡੀ ਦਾਤ ਜਦੋਂ 2002 ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਬਣੀ, ਭਾਵੇਂ ਟੁੱਟਾ ਆ ਗਏ ਸੀ ਪਰ ਉਦੋਂ ਇਹ ਨਗਰ ਵੀ ਸਭ ਤੋਂ ਵੱਧ ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਇਸ ਨਗਰ ਨੂੰ ਜਿੱਤਿਆ ਸੀ। ਕਹਿਣ ਦਾ ਭਾਵ ਕਿ ਏਡੀ ਵੱਡੀ ਹਵਾ ਸੀ ਜਦੋਂ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਇੱਥੋਂ ਉਮੀਦਵਾਰ ਜਿੱਤਦਾ ਰਿਹਾ। ਸੋ ਇਹ ਬਜ਼ੁਰਗਾਂ ਨੇ ਬੀਜ ਬੀਜੇ ਆ, ਉਹਨਾਂ ਦੇ ਬੂਟੇ ਲਾਏ ਆ ਤੇ ਗਾਹ ਬੂਟੇ ਜਿਹੜੇ ਉਹਨਾਂ ਦੀ ਫੁਲਵਾੜੀ ਉਹ ਸਾਨੂੰ ਫੁੱਲ ਦੇ ਰਹੀ ਆ, ਹਵਾ ਦੇ ਰਹੀ ਆ, ਸਾਫ ਸੁਥਰਾ ਅਕਸਰ ਉਹਨਾਂ ਨੇ ਲੱਗਿਆ। ਸੋ ਮੈਂ ਜਿੱਥੇ ਨਗਰ ਵਾਲਿਆਂ ਦਾ ਧੰਨਵਾਦ ਕਰਦਾ, ਉੱਥੇ ਇਹਨਾਂ ਦੇ ਪਰਿਵਾਰ ਦਾ, ਉਹਨਾਂ ਦੇ ਬੇਟਿਆਂ ਦਾ, ਬੇਟੇ ਦਾ, ਉਹਨਾਂ ਦੇ ਪੋਤੇ ਜਿੱਥੇ ਉਹਨਾਂ ਨੇ ਆਪਣੇ ਬਜ਼ੁਰਗਾਂ ਦਾ ਸਾਥ ਦਿੱਤਾ, ਇਹਨਾਂ ਦਾ ਵੀ ਧੰਨਵਾਦ ਕਰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਸਾਰੇ ਸਾਥੀ ਸਾਹਿਬਾਨ ਆਏ ਨੇ, ਅੱਜ ਨੰਬਰ ਸਾਹਿਬ ਸਾਡੇ ਕਥਾਵਾਚਕ ਸਾਹਿਬ, ਸਾਡੇ ਮੀਤ ਪ੍ਰਧਾਨ ਜੀ, ਮੀਤ ਮੈਂਬਰ ਪ੍ਰਧਾਨ ਮੋਹਨ ਸਿੰਘ ਜੀ, ਮੈਂਬਰ ਸਾਹਿਬ ਵੀ ਆਏ। ਮੈਂ ਸੋਚੇ ਸ਼੍ਰੋਮਣੀ ਕਮੇਟੀ ਸਭਾ ਵੱਲੋਂ ਪ੍ਰਧਾਨ ਬੀਬੀ ਜਗੀਰ ਕੌਰ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਜ਼ੁਰਗਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ। ਅਰਦਾਸ ਬੇਨਤੀ ਕਰਦਾ ਕਿ ਪਰਮਾਤਮਾ ਉਸ ਮਹਾਨ ਸ਼ਖਸੀਅਤ ਨੂੰ ਆਪਣੇ ਚਰਨਾਂ 'ਚ ਵਾਸ ਬਖਸ਼ੇ, ਪਿੱਛੋਂ ਪਰਿਵਾਰ ਨੂੰ ਫੁਲਵਾੜੀ ਨੂੰ ਜਿਹੜਾ ਟੁਕੜੀ ਲਾ ਕੇ ਆਪਣੀ ਇਕੱਠੀ ਕਰਨ ਦਾ ਸਵਾਦ ਪ੍ਰਾਪਤ ਹੋਵੇ। ਸੋ ਆਸ ਕਰਦਾ ਕਿ ਤੁਸੀਂ ਵੀ ਸਾਰੇ ਇਸੇ ਤਰ੍ਹਾਂ ਹੀ ਜਿਹੜੀ ਵੀ ਕਮੇਟੀ ਹੁਣ ਅੱਗੇ ਬਣੇ, ਕਿਉਂਕਿ ਜਿੱਥੇ ਮੈਨੂੰ ਦੱਸਦੇ ਹੁੰਦੇ ਸਨ ਕਿ ਜਿੱਥੇ ਮੈਂ ਇਮਾਨਦਾਰੀ ਭਾਵੇਂ ਵਿੱਚ ਹੈਗੀ ਜਾਂ ਨਹੀਂ ਹੈਗੀ, ਮੇਰੇ ਸਾਥੀ ਮੇਰਾ ਬਹੁਤ ਵੱਡਾ ਸਾਥ ਦਿੰਦੇ
ਉਦੋਂ ਮੰਗਰੋਂ ਕੇ ਨਗਰ ਵਾਲੇ ਉਹਨੂੰ ਪ੍ਰਧਾਨ ਬਣਾ ਦਿੱਤਾ ਜਾਊਗਾ ਔਰ ਇਮਾਨਦਾਰੀ ਨਾਲ ਬਜ਼ੁਰਗਾਂ ਤੋਂ ਸੇਧ ਲੈ ਕੇ ਆਪਾਂ ਸੇਵਾ ਕਰਨੀ ਆ। ਸੋ ਇਹਦੀਆਂ ਬੇਨਤੀਆਂ ਜਿੰਦਾ ਜਾਲਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। बहुत ही विरागमय समागम में जुगो जुग अटाल सैबे कमाल रोजाने वाले योग्यान योग व्यासरा व्यासरे तन तन श्री गुरु ग्रंथ साहब जी के हजूर शासन के रूप बैठे सरकार योग वीरों भैनों नौजवानों बच्चों कदे बुलाओ वैगन पिता बादशाह वैगन पिता गुरुमुख जन्म स्वाद दरगे चलिया सच्ची दरगे जाए सच्चा बिठाना ते माँ बाप इंसा साढ़े बहुत ही सत्कारयोग जथेदार ज्ञानी करण सिंह जी स्पर्शा की जो बुंदी परमात्मा पासों लैके आए सन वो भोग के चले गए पर पिछले छड़ गए अपनी जिंदगी भर कीतियां कामनावां का बहुत बड़ा फटारा मौत एक अटल सच्चाई है जिस तो मुकर नहीं होया जा सकता वो किस वेले कदों किवें किते आ जाए अज तक किसी ने पता नहीं चला। पर जो लोग समाज में जाके कोई चंगियां गल्लां कोई वधिया गल्लां कोई नवे देश है कोई पंथक सोचा कोई पंथक विचारा ते गुरु के नाल लग के वो उस हस्ती के सिद्धांतां ते चलदे कर दे के कोई गल्लां कर जाता है तो फिर दुनिया इसे तरह याद करती है जिवें अजकल काट के विच आईयां धार्मिक समाजिक राजनीतिक शख्सियत जी गल करिए ज्ञानी करण सिंह जी होरां दी तो सिक्खी का सिद्धांत जिहड़ा सी मेरी पीढ़ी के मालक श्री गुरु हरगोबिंद साहब जी ने सानू दिता सी उहदे ते पहरा देंदे उन्होंने जिथे इस गुरुद्वारे ने बड़ा प्रधान सेवा बन के सेवादार बन के इतने सेवा की ते उत्थे राजनीतिक पिड़ा में भी पंथ की श्रोमणी जथेबंदी श्रोमणी अकाली दल के नाल मोढे नाल मोढा जोड़ के चलते रहे पंथ की आजाद हस्ती के लिए जिथे उन्होंने धर्मयुद्ध मोर्चे में भी गए ते वक्त समय श्रोमणी अकाली दल वालों चलिया इस योजनावां जिहड़ियां और जिहड़ा भी जदोजहद चलदियां रहियां मोर्चे चलते रहे उहदे विच पूरा तनदेही दे नाल जे जेल जाना तो जेल भी गए या जिहड़े लैवल ते भी अकाली दल ने सेवा लाई वो करते हैं। पर अज जो साढ़े विच नहीं है और मैनू इस गल का मान भी है कि जिथे मैं भी इन्हों का साथ मानता भावें थोड़ा समा मिला पर मेरे पिता जी नाल भी इन्हों का बड़ा लंबा साथ है और वो भी दसते होंगे सी कि किवें इन्हां दी शख्सियत है किवें समर्पित है पंथ के लिए अकाली दल के लिए ते वक्-वक् समय जो कोई पीड़ा भी पईयां पर कोई गल्लां होईयां ते साडे लीडर वालों भी कोई कताइयां हुई पर यह पूरे समर्पित रहे इन्होंने ने कोई आँच नहीं आने दी तो श्रोमणी अकाली दल मोढे नाल मोढा जोड़ के खड़े अज जिथे साडा इत्थे इस हल्के दे विच नुमाइंदगी करने उत्ते श्रोमणी अकाली दल की मैनूं माण महसूस होता है कि इहो जिहियां शख्सियतां दा जो दशहरा हो रहा तो मैं उस भाईवाल बहुत ही मानवती जिंदगी जी के वधिया सिद्धांत छड्ड के पंथक सभा के जाने जाने वाले सिद्धांत छड्ड के
ਦੁੱਖ ਦਾ ਕਾਰਨ ਬਣਦਾ ਹੈ। ਦੁੱਖ ਜਿੱਥੇ ਪਰਿਵਾਰ ਨੂੰ ਹੈ ਉੱਥੇ ਆਪਾਂ ਸਾਰਿਆਂ ਜਥੇਬੰਦੀ ਵਾਲਿਆਂ ਨੂੰ ਵੀ ਹੈ, ਪਰ ਕੀਤਾ ਕੋਈ ਨਹੀਂ ਜਾ ਸਕਦਾ। ਉਹ ਪਾਣਾ ਹੈ, ਉਹ ਮੰਨਣਾ ਹੀ ਪੈਣਾ ਹੈ। ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਕਹੂੰਗਾ ਕਿ ਉਹਨਾਂ ਨੂੰ ਜਿਹੜੀ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹ ਹੀ ਹੋਊਗੀ ਕਿ ਜਿੰਨੇ ਵੀ ਆਪਾਂ ਬੈਠੇ ਹਾਂ, ਬੀਬੀਆਂ ਵੀ ਬੈਠੀਆਂ ਨੇ, ਤੇ ਜੇ ਉਹਨਾਂ ਦੀ ਦਸਰੇ ਰਾਹ ਦੇ ਉੱਤੇ ਚੱਲ ਕੇ ਆਪਾਂ ਅੱਧਾ ਬਚਦਾ ਵੀ ਪੰਥ ਨਾਲ ਜੁੜ ਲਈਏ, ਪੰਥਕ ਸਿਧਾਂਤ ਨਾਲ ਜੁੜ ਲਈਏ, ਤੇ ਸਾਰਿਆਂ ਤੋਂ ਵੱਡੀ ਉਹਨਾਂ ਨੂੰ ਸ਼ਰਧਾਂਜਲੀ ਹੋਊਗੀ। ਮੈਂ ਇੰਨਾ ਹੀ ਸ਼ਰਧਾ ਨਾਲ ਜਿੱਥੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਇਸ ਦੁੱਖ ਦੇ ਵਿੱਚ ਸਹਾਈ ਹੋਣਾ, ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ, ਉਮੀਦਵਾਰ ਵੀ ਹੋਣ ਦੇ ਨਾਤੇ ਮੈਂ ਜਿੱਥੇ ਸ਼ਰਧਾ ਦੇ ਫੁੱਲ ਭੇਟ ਕਰਨਾ, ਉੱਥੇ ਸਾਰੇ ਹੀ ਹਲਕੇ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਟ ਕਰਨਾ। ਇਹਨਾਂ ਹੀ ਸ਼ਰਧਾ ਨਾਲ ਸਮਤ ਸਾਹਾ ਲਿਖਿਆ ਮਿਲਕਰ ਪਾਓ ਤੇ ਦਿਓ ਸੱਜਣ ਸਿਸੜੀਆਂ ਜੋ ਹੋਏ ਸਹਿਬ ਸੁਣੇ, ਇਹਨਾਂ ਹੀ ਸ਼ਰਧਾ ਨਾਲ ਕਦਮ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਲਾਇਬ੍ਰੇਰੀ ਦੀ ਮੰਗ ਕੀਤੀ ਹੈ ਕਿ ਉਹਨਾਂ ਦੇ ਨਾਮ ਤੇ ਲਾਇਬ੍ਰੇਰੀ ਬਣਨੀ ਚਾਹੀਦੀ ਹੈ। ਇਸੇ ਹੀ ਤਰ੍ਹਾਂ ਮੈਂ ਬੇਨਤੀ ਕਰਦਾ, ਜੇ ਸਰਕਾਰ ਪਰਮਾਤਮਾ ਕਰੇ ਬਣੇ ਤਾਂ ਜੋ ਵੀ ਪਾਰਟੀ ਵੱਲੋਂ ਕੱਲਾ ਇੱਥੇ ਸ਼੍ਰੋਮਣੀ ਕਮੇਟੀ ਵੱਲੋਂ ਲਾਇਬ੍ਰੇਰੀ ਦਾ ਸੀਮਤ ਨਾ ਹੋ ਕੇ ਇਸ ਨੂੰ ਅੱਗੇ ਪਲਾਨ ਕਰਦੇ ਹਾਂ, ਕੋਈ ਪਾਰਟੀ ਤੌਰ ਤੇ ਸਰਕਾਰ ਤੌਰ ਤੇ ਕੋਈ ਉਹਨਾਂ ਦੀ ਯਾਦਗਾਰ ਹੋਵੇ। ਔਰ ਨਾਲ ਦੀ ਨਾਲ ਇਸ ਤੋਂ ਪਹਿਲਾਂ ਸਾਡੇ ਪਿੰਡ ਦੇ 2 ਆਜ਼ਾਦੀ ਘੁਲਾਟੀ ਹੋਏ ਨੇ, ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ, ਪਰ ਅਜੇ ਤੱਕ ਸਾਡੀਆਂ ਵੱਖ-ਵੱਖ ਮੰਗਾਂ ਦੇ ਬਾਵਜੂਦ ਉਹਨਾਂ ਦੇ ਨਾਮਾਂ ਦੇ ਉੱਤੇ ਕੋਈ ਯਾਦਗਾਰ ਨਹੀਂ ਬਣੀ। ਮੈਂ ਬੇਨਤੀ ਕਰਦਾ ਕਿ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਖੜੇ ਹਾਂ ਔਰ ਇੱਥੋਂ ਇੰਨੀ ਵੀ ਗੱਲ ਕਰਨੀ ਹੈ ਜਿਸ ਨੂੰ ਮੁੜ ਕੇ ਆਪਾਂ ਸਿਰੇ ਚੜਾ ਸਕੀਏ, ਕਿਉਂਕਿ ਉਸ ਤੋਂ ਬਾਅਦ ਕੋਈ ਗੱਲ ਬਣਦੀ ਨਹੀਂ ਹੈ, ਫਿਰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਤੇ ਜਵਾਬ ਦੇਣਾ ਔਖਾ ਜਾਂਦਾ। ਤੇ ਮੈਂ ਬੇਨਤੀ ਕਰ ਰਿਹਾ ਸਰਦਾਰ ਬਲਜੀਤ ਸਿੰਘ ਜੀ ਆਏ ਨੇ, ਉਹ ਆਪਣੇ ਵਿਚਾਰ ਸਾਂਝੇ ਕਰਦੇ। ਸਾਹਿਬ ਜੀ ਨੇ ਜਿੱਥੇ ਨਗਰਵਾਲ ਨੂੰ ਦੁੱਖ ਕੀਤਾ ਹੈ ਕਿ ਉਹਨਾਂ ਦੀ ਯਾਦਗਾਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਇਬ੍ਰੇਰੀ ਬਣਾ ਕੇ ਦਿੱਤੀ ਜਾਏਗੀ। ਇਹ ਥੋੜੇ ਸਮੇਂ ਦੇ ਵਿੱਚ ਤੁਸੀਂ ਇੱਕ ਆਪਣੇ ਪ੍ਰਬੰਧਕਾਂ ਵੱਲੋਂ ਇੱਕ ਡਿਮਾਂਡ ਦੇ ਕੇ ਦਿੱਤੇ ਜੋ ਉਹ ਹੈ ਕਿ ਥੋੜੇ ਦਿਨਾਂ ਦੇ ਵਿੱਚ ਬੀਬੀ ਜੀ ਕੋ ਲਾਇਬ੍ਰੇਰੀ ਬਣਾ ਕੇ ਇਸ ਲੰਗਰ ਨੂੰ ਉਹਨਾਂ ਮਹਾਨ ਸ਼ਖਸੀਅਤ ਗਿਆਨੀ ਕਰਮ ਸਿੰਘ ਜੀ ਦੇ ਨਾਮ ਤੇ ਬਣਾ ਕੇ ਇਸ ਲੰਗਰ ਨੂੰ ਸਮਰਪਿਤ ਕੀਤੀ ਜਾਓ। ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਆਰ ਸਾਹਿਬ ਬੈਠੇ ਨੇ, ਇਹਨਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਸਰਕਾਰ ਆਪਣੇ ਜਿਹੜਾ ਵਧੀਆ ਚੀਜ਼ ਯਾਦ ਕਰੀ ਉਹਨਾਂ ਦੇ ਨਾਂ ਤੇ ਇਸ ਨਗਰ ਨੂੰ ਦਿੱਤੀ ਜਾਵੇ। ਪਿਆਰ ਸਾਹਿਬ ਮੈਂ ਦੱਸਦਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਜਦੋਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਆਏਗੀ ਤੇ ਤੁਸੀਂ ਪਿੰਡ ਵਾਲੇ ਜੋ ਵੀ ਆਜ਼ਾਦੀ ਘੁਲਾਟੀਆਂ ਦੀ ਤੇ ਗਿਆਨੀ ਜੀ ਹੋਰਾਂ ਦੀ ਯਾਦ ਵਿੱਚ ਢੁਕਵੀਂ ਜਿਹੜੀ ਗੱਲ ਤੁਸੀਂ ਮੁਨਾਸਬ ਸਮਝੋਗੇ ਤੇ ਸਾਨੂੰ ਦੱਸੋਗੇ, ਉਹ ਅਸੀਂ ਪੂਰੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਸਿੰਘ ਜੀ ਲਾਲ ਸਮਾਨ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਦਾਰ ਮਲਕੀਤ ਸਿੰਘ ਜੀ ਦੀਆਂ ਸਹਿਬਾਨ ਆਗਾਂ ਚਾਲ ਦੇ ਪਿਆਰਾ ਗੁਰੂ ਕਿ ਜੋ ਸਾਡੀਆਂ ਬਹੁਤ ਛੋਟੀਆਂ ਮੰਗਾਂ ਉਹਨਾਂ ਨੇ ਪ੍ਰਵਾਨ ਕੀਤਾ। ਹੁਣ ਮੈਂ ਬੇਨਤੀ ਕਰਾਂਗਾ ਸਮੂਹ ਸਾਧ ਸੰਗਤ ਨੂੰ ਕਿ ਗੁਰੂ ਦਾ ਅਟੁੱਟ ਲੰਗਰ ਚੱਲ ਰਿਹਾ ਔਰ ਸਮੂਹ ਸਾਧ ਸੰਗਤਾਂ ਪ੍ਰਸ਼ਾਦਾ ਛਕ ਕੇ ਤੇ ਫਿਰ ਜਾਣਾ। ਉਸ ਤੋਂ ਪਹਿਲਾਂ ਜੋ ਗੁਰੂ ਘਰ ਦੀ ਦੇਗ ਹੈ ਉਹਦਾ ਵਰਤਾਰਾ ਹੋਵੇਗਾ। ਸੰਗਤਾਂ ਬੈਠ ਕੇ
ਦੇਖ